ਐਡਾ ਤਾਂ ਨਹੀਂ ਰਹਿਣਾ ਇਹ ਭਾਰਾ ਜਿੰਨਾ ਬਣਾਇਆ ਹੈ ਲਾਏ ਮਸੇ ਹੁਣ ਜਿੱਥੋਂ। ਨਹੀਂ ਭਾਰੇ ਤਾਂ ਹੈ ਜਦੋਂ ਚੱਕ ਕੇ ਉੱਪਰ ਜਿਹੜੇ ਨਾ ਰੱਖਣੇ ਹੈਂ? ਹੁੰਦੇ, ਜਦੋਂ ਉੱਪਰ ਰੱਖਣਾ ਹੁੰਦਾ ਵਾ ਨਾ ਹੂੰ ਵਜ਼ਨ ਤਾਂ ਨਾਲੇ ਇਹ ਥੋੜੇ ਜਿਹੜੇ ਉਹ ਹੁੰਦੇ ਨਾ ਸਾਈਡ ਵਾਲੇ ਉਹ ਜਿਹੜੇ ਉਹ ਸਾਈਡ ਬੀਮ ਹੁੰਦਾ ਜਿਹੜਾ ਉਹ ਭਾਰਾ। ਸਾਡੇ ਕੋਲ ਜਿਹੜੇ ਚਾਰ ਉਹੀ ਆ ਨਾ ਹਾਂ ਹੁਣ ਜਿਹੜੇ ਪਾਣੇ ਆ ਅਗਲੇ ਬਰਾਮਦੇ ਆ। ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ अस्सलाम वालेकुम ਜੀ, ਸਤਿ ਸ੍ਰੀ ਅਕਾਲ। ਕਿੱਦਾਂ ਜੀ ਸਾਰੇ ਵੀਰ? ਉਮੀਦ ਕਰਦਾ ਵੀ ਤੁਸੀਂ ਸਾਰੇ ਵਧੀਆ ਹੋਵੋਗੇ। ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਦੇ ਵਿੱਚ ਮੈਂ ਰਾਣਾ ਖਾਲਦ ਮਕਬੂਲ ਤੇ ਅਸਲਮ ਖਾਨ ਵਕਾਰ ਸਾਹਿਬ ਜੀ ਇੱਕ ਨਵੀਂ ਵੀਡੀਓ ਦੇ ਨਾਲ ਜੀ ਆਇਆਂ ਨੂੰ ਕਹਿੰਦੇ ਆ ਜੀ। ਸਤ ਬਿਸਮਿਲ੍ਲਾ, ਜਿੰਨੇ ਸਾਡੇ ਦੋਸਤ ਵੀਰ ਸਾਡੀ ਵੀਡੀਓ ਦੇ ਨਾਲ ਜੁੜਦੇ ਆ ਜੀ। ਅਸੀਂ ਹੁਣ ਲੈ ਕੇ ਆਏ ਸੀਗੇ ਜੀ ਗਾਡਰ ਆ ਸੀਮਟ ਵਾਲੇ। ਦੋ ਤਿੰਨ ਸਲਾਵਾਂ ਅਸੀਂ ਬਦਲੀਆਂ। ਪਹਿਲਾਂ ਕਿਹਾ ਲੋਹੇ ਦਾ ਗਾਡਰ ਪਾਉਂਦੇ ਆ, ਉਹ ਜਦੋਂ ਲੋਹੇ ਦਾ ਰੇਟ ਸੁਣਿਆ ਤੇ ਉਸ ਤੋਂ ਬਾਅਦ ਇਹਦਾ ਰੇਟ ਕੱਢਿਆ ਨਾ, ਇਹ ਕੰਮ ਥੋੜਾ ਜਿਹਾ ਸੌਖਾ ਲੱਗਿਆ। ਇਹਦੀ ਲੋੜ ਕਿਉਂ ਪੈ ਗਈ? ਉਹ ਪਹਿਲਾਂ ਤੁਹਾਨੂੰ ਦੱਸਿਆ ਵੀ ਉਹ ਕੋਠਾ ਜਿਹੜਾ ਸਾਡਾ ਡੰਗਰਾਂ ਵਾਲਾ ਉਹ ਡਿੱਗ ਗਿਆ ਸੀਗਾ। ਇਸ ਵਾਸਤੇ ਹੁਣ ਇਹਨਾਂ ਦੀ ਲੋੜ ਸੀਗੀ ਵੀ ਇੱਥੇ ਵੀ ਇੱਕ ਛੱਪਰਾ ਜਿਹਾ ਨਾ ਕੋਈ 16 18 20 ਫੁੱਟ ਦਾ ਉਹ ਇੱਥੇ ਬਣਾ ਲੈਂਦੇ ਆ। ਸਰਦੀਆਂ ਜਿਹੜੀਆਂ ਨਾ ਉਹਨਾਂ ਦੀ ਆਮਦ ਹੈਗੀ ਨਹੀਂ, ਹੋ ਗਈ ਹੋਈ ਆ। ਸਰਦੀ ਆ ਗਈ ਆ, ਸਰਦੀ ਆ ਗਈ ਹੋਈ ਹੈ। ਤੇ ਜ਼ਾਰੀ ਗੱਲ ਆ, ਜਦੋਂ ਘਰਾਂ ਦੇ ਵਿੱਚ ਹੁਣ ਲੋਕਾਂ ਨੇ ਰਜਾਈਆਂ ਰਾਣਾ ਸਭ ਕੱਢ ਲਈਆਂ। ਹਾਂ ਕੱਢ ਲਈਆਂ ਬਿਲਕੁਲ। ਹੈ ਆਪ ਨਵੰਬਰ ਹਲੇ ਸ਼ੁਰੂ ਹੋਇਆ ਤੇ ਲੋਕੀ ਨਾ ਜੀ ਇੱਥੇ ਸਾਡੇ ਰਜਾਈਆਂ ਲੈ ਕੇ ਸੋ ਰਹੇ ਆ ਅੱਜ ਕੱਲ ਵੀ। ਬਾਹਰ ਕੋਈ ਨਹੀਂ ਬੈਠਿਆ ਜਾਂਦਾ ਹੈ, ਕਮਰੇ ਦੇ ਵਿੱਚ ਵੀ ਰਾਤ ਨੂੰ ਠੰਡ ਲੱਗਦੀ। ਕੋਈ ਬੰਦਾ ਹੋਣਾ ਜਿਹੜਾ ਚਾਦਰ ਚੁੱਦਰ ਖੇਸੇ ਚ ਸੌਂਦਾ ਹੋਣਾ, ਲੇਕਿਨ ਰਾਤ ਨੂੰ ਉਹਨੂੰ ਵੀ ਸਵੇਰੇ ਵਾਵਾ ਜਾਨੀ ਕਿ ਜਿਹੜਾ ਨਾ ਹਾਂ ਸਵੇਰ ਨੂੰ ਵੀ ਨਿਜ਼ਾਮ ਜਿਹੜਾ ਨਾ ਬਾਬਾ ਭਖਿਆ ਹੋਇਆ ਹੁੰਦਾ, ਠੰਡ ਵਾਲਾ ਭਖਿਆ ਹੋਇਆ ਹੁੰਦਾ, ਦੂਸਰਾ ਨਹੀਂ। ਇਸ ਵਾਸਤੇ ਫਿਰ ਅਸੀਂ ਸੋਚਿਆ ਵੀ ਇਹਨਾਂ ਦਾ ਜਿਹੜਾ ਮਕਾਨ ਉਹ ਵੀ ਬਣਨਾ ਚਾਹੀਦਾ, ਔਖੇ ਸੌਖੇ ਹੋ ਕੇ ਚਲੋ ਇਹਨੂੰ ਤਾਂ ਬਣਾਈਏ ਨਾ। ਪਹਿਲਾਂ ਨਵੰਬਰ ਦੇ ਨਾ ਆਖਰ ਤੇ ਜਾ ਕੇ ਰਾਣਾ ਸਾਹਿਬ ਇੰਨੀ ਕੁ ਸਰਦੀ ਹੁੰਦੀ ਸੀ। ਹਾਂ ਪਰ ਅਸੀਂ ਵੱਡਕਿਆਂ ਤੋਂ ਸੁਣੀ ਗੱਲ, ਪਹਿਲਾਂ ਆਪ ਵੀ ਕੋਈ ਦੇਖੀ ਵੀ ਪਹਿਲਾਂ ਸਰਦੀਆਂ ਬਰਲ ਅਕਤੂਬਰ ਤੋਂ ਵੀ ਸ਼ੁਰੂ ਹੁੰਦੀਆਂ ਹਾਂ। ਬਚਪਨ ਦੇ ਜਿਹੜਾ ਵਾ ਨਾ ਜਦੋਂ 10 ਕੁ ਸਾਲ ਤੋਂ ਛੋਟੇ ਸੀ, ਹਾਂਜੀ, ਉਦੋਂ ਤਕਰੀਬਨ ਸਰਦੀ ਜਿਹੜੀ ਹੈ ਨਾ ਅਕਤੂਬਰ ਦੇ ਅਖੀਰ ਤੇ ਹੀ ਵਾਵਾ ਜਿਹੜਾ ਨਾ ਜਦੋਂ ਮੱਕੀਆਂ ਦੀ ਤੜਾਈ ਸ਼ੁਰੂ ਹੁੰਦੀ ਸੀ ਨਾ ਤੇ ਠੰਡ ਜਿਹੜਾ ਨਾ ਹੋ ਜਾਂਦੀ ਸੀ। ਤੇ ਆਹਿਸਤਾ ਆਹਿਸਤਾ ਸਰਦੀਆਂ ਨਾ ਉਧਰੋਂ ਵੀ ਘੱਟ, ਫਿਰ ਉੱਥੇ 15 ਕੁ ਮਾਰਚ ਤੱਕ ਰਹਿੰਦੀ ਸੀ, ਉਧਰੋਂ ਵੀ ਘਟਦੀ ਗਈ 15 ਕੁ ਫਰਵਰੀ ਤੇ ਆ ਗਈ, ਤੇ ਇਧਰੋਂ ਘਟਦੀ ਤੇ ਇਹ ਹੋਈ ਕਿ 20 ਦਸੰਬਰ ਤੋਂ ਵੀ ਬਾਅਦ, ਬਲਕਿ ਹੁਣ ਤਾਂ 1-2 ਸਾਲਾਂ 'ਚ ਤੇ ਇਹ ਹੋਇਆ ਕਿ 25 ਦਸੰਬਰ ਤੋਂ ਹੀ ਠੰਡ ਜਿਹੜੀ ਹੈ ਨਾ ਬਹੁਤੀ ਬਣੀ। ਤੇ ਉਹ 40 ਕੁ ਦਿਨਾਂ ਦੀ ਠੰਡ ਜਿਹੜੀ ਹੈ ਨਾ ਉਹ ਜਿਹੜੀ ਆ ਬਹੁਤੀ ਤੇਜ਼। ਬਾਕੀ ਕੋਈ 10 ਦਿਨ ਅੱਗੇ 10 ਦਿਨ ਪਿੱਛੇ 2 ਕੁ ਮਹੀਨਿਆਂ ਦਾ ਨਾ ਸਰਦੀ ਦਾ ਮੌਸਮ ਜਿਹੜਾ ਨਾ ਰਹਿ ਗਿਆ। ਅੱਛਾ, ਸਰਦੀ ਦਾ ਮੌਸਮ ਜਿਹੜਾ ਨਾ ਇਹਦੇ ਵਿੱਚ ਬੜਾ ਹੈ ਸੀ, ਜਿਸ ਤਰ੍ਹਾਂ ਹੈ ਨਾ ਬਹਾਰ ਦਾ ਮੌਸਮ। ਬਹਾਰ ਦੇ ਹਰ ਮੌਸਮ ਦੇ ਆਪਣੇ ਆਪਣੇ ਰੰਗ ਆ, ਬਰਸਾਤ ਦੇ ਆਪਣੇ ਰੰਗ ਆ। ਸਰਦੀਆਂ ਦੇ ਮੌਸਮ ਦਾ ਨਾ ਇੱਕ ਚੀਜ਼ ਜਿਹੜੀ ਆ ਨਾ ਖਾਣੇ ਪੀਣੇ ਵਾਲਾ ਬੜਾ ਹੁੰਦਾ, ਖਾਸ ਤੌਰ ਤੇ ਪਿੰਡਾਂ ਥਾਵਾਂ ਤੇ ਨਾ ਵੀ ਗੁੜ ਹੁੰਦਾ ਸੀ, ਤੇ ਗੰਨੇ ਹੋ ਗਏ, ਫਿਰ ਮੱਕੀ ਦੇ ਦਾਣੇ ਹੋ ਗਏ, ਮੱਕੀ ਦੀ ਛੱਲੀਆਂ ਹੋ ਗਈਆਂ, ਫਿਰ ਬਾਹਰ ਸਬਜ਼ੀਆਂ ਵਾਲੇ ਸਿਲਸਿਲੇ 'ਚ ਵੀ ਸ਼ਲਜਮ, ਗਾਜਰਾਂ, ਮੂਲੀਆਂ, ਫਿਰ ਗੋਭੀ, ਯਾਨੀ ਕਿ ਕੁਛ ਨਾ ਕੁਛ ਖਾਣੇ ਵਾਲਾ ਜਿਹੜਾ ਵਾ ਨਾ ਚੀਜ਼ਾਂ ਲੱਭਦੀਆਂ ਰਹਿੰਦੀਆਂ। ਤੇ ਫਿਰ ਉਹ ਜਦੋਂ ਬਹੁਤ ਜ਼ਿਆਦਾ ਠੰਡ ਪੈਂਦੀ ਸੀ, ਫਿਰ ਉਹ ਸਿਆਣੇ ਬੰਦਿਆਂ ਲਈ ਨਾ ਕਿਤੇ ਅਲਸੀ ਦੀ ਪਿੰਨੀਆਂ ਬਣ ਰਹੀਆਂ, ਉਹ ਕੁਛ ਜਿਹੜੇ ਕਈਆਂ ਨੂੰ ਦਾਬੜਾ ਕਹਿ ਦਿੰਦੇ, ਕਈ ਕਹਿ ਦਿੰਦੇ ਹਲਵਾ ਕਹਿ ਦਿੰਦੇ, ਕੁਛ ਉਹ ਆਪਣਾ ਯਾਨੀ ਕਿ ਚੀਜ਼ਾਂ ਨਾ ਉਹਦੇ 'ਚ ਤਿਲਾਂ ਵਾਲੀਆਂ ਜਿਹੜੀਆਂ ਵਾ ਉਹ ਲੱਡੂ ਜੇ ਤਿਲਾਂ ਵਾਲੇ। ਫਿਰ ਜਿਹਨੇ ਇਲਾਕਿਆਂ 'ਚ ਚੌਲ ਹੁੰਦੇ, ਚੌਲਾਂ ਦੀਆਂ ਪਿੰਨੀਆਂ, ਉਹ ਇੱਕ ਵਾਹਵਾ ਸਾਰਾ ਯਾਨੀ ਕਿ ਸਿਸਟਮ ਨਾ ਖਾਣੇ ਪੀਣੇ ਵਾਲਾ। ਫਿਰ ਸਰਦੀਆਂ 'ਚ ਮੂੰਗਫਲੀ ਦਾ ਜਿਹੜਾ ਵਾ ਇਹ ਹੈ। ਤੇ ਇਸ ਤਰ੍ਹਾਂ ਬਾਕੀ ਜਿਹੜੇ ਬਾਜ਼ਾਰ ਸ਼ਹਿਰਾਂ 'ਚ ਵੀ ਉਸ ਤਰ੍ਹਾਂ ਦੇਖੋ ਨਾ, ਸੂਪ ਹੋ ਗਿਆ, ਤਿੱਕੇ ਹੋ ਗਏ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ। ਗਰਮੀਆਂ 'ਚ ਤਾਂ ਵਰਨਾ ਸ਼ਰਬਤ ਹੀ ਹਾਂ, ਸ਼ਰਬਤ ਆ। ਰਾਣਾ ਸਾਹਿਬ ਆਈਸਕ੍ਰੀਮ ਦਾ ਤੁਸੀਂ ਨਾਮ ਲਿਆ, ਆਈਸਕ੍ਰੀਮ ਤਾਂ ਹੁਣ ਸਰਦੀਆਂ 'ਚ ਵੀ ਨਾ ਵੈਸੇ ਤਾਂ ਦਸੰਬਰ ਗਰਮੀਆਂ 'ਚ ਜਲਦੀ ਦਸੰਬਰ ਜਾਂਦੀ ਹੈ ਜੀ। ਅੱਛਾ ਰਾਣਾ ਸਾਹਿਬ, ਮੈਂ ਨਾ ਇੱਕ ਗੱਲ ਕਰਦਾ ਵੀ ਹੁਣ ਅਸੀਂ ਆ ਦੇਖੋ ਇਹਨਾਂ ਦਾ ਕੋਠਾ ਬਣਾਉਣ ਲੱਗੇ ਆ ਜਾਨਵਰਾਂ ਦਾ। ਰਾਣਾ ਸਾਹਿਬ, ਇਹ ਅਸੀਂ ਇਹਨਾਂ ਨੂੰ ਆਦਤ ਬਣਾ ਲਈ ਕਿ ਵੈਸੇ
ਇਹ ਹੁਣ ਫਰਜ਼ ਕਰੋ ਮੇਰੇ ਡੰਗਰ ਬਾਹਰ ਇੱਥੇ ਖੜੇ ਰਹਿਣ, ਮੈਨੂੰ ਉਂਝ ਤਾਂ ਸ਼ਾਇਦ ਨਾ ਐਡੀ ਫਿਕਰ ਹੋਵੇ, ਪਰ ਲੋਕਾਂ ਨੂੰ ਫਿਕਰ ਜ਼ਿਆਦਾ ਹੋਊਗੀ ਵੀ ਕਹਿਣਗੇ ਵੀ ਉਹ ਡੰਗਰ ਉਹਦਾ ਬਾਹਰ ਹੋ ਜੀ, ਉਹਨੇ ਕੋਈ ਹੋਰ ਬਣਾਇਆ ਹੋਇਆ। ਤੇ ਜਿਹੜੇ ਰਾਣਾ ਸਾਹਿਬ ਜੰਗਲਾਂ ਦੇ ਵਿੱਚ ਰਹਿੰਦੇ ਆ ਡੰਗਰ ਜਾਂ ਬਾਹਰ ਰਹਿ ਰਹੇ ਆ, ਇੱਕ ਘਰ ਸਾਡੇ ਪਿੰਡ 'ਚ ਵੀ ਇਦਾਂ ਦਾ ਹੈਗਾ ਵੀ ਉਹਨੇ ਕਦੇ ਨਹੀਂ ਉਹਨੇ ਅੰਦਰ ਕੀਤੇ ਗਿਆ, ਭਨਾਣੇ ਇੱਥੇ ਸਾਡੇ ਨਾਲ ਬੈਠੇ ਹੈਗੇ ਆ, ਉਹਨਾਂ ਦੇ ਡੰਗਰ ਵੀ ਬਾਹਰ ਹੁੰਦੇ ਆ। ਲੇਕਿਨ ਜਿਹੜੇ ਲੋਕ ਅਸੀਂ ਇਹਨਾਂ ਦਾ ਉਂਝ ਖਿਆਲ ਕਰਦੇ ਆ ਕਿ ਇਹਨਾਂ ਵਾਸਤੇ ਇਹ ਜ਼ਰੂਰੀ ਹੈਗਾ ਆ। ਇਹ ਅਸਲ 'ਚ ਹੋ ਗਿਆ ਜਿਸ ਤਰ੍ਹਾਂ ਇਨਸਾਨ ਸੀ ਨਾ ਸ਼ੁਰੂ 'ਚ, ਉਹ ਇਨਸਾਨ ਜਦੋਂ ਅਸੀਂ ਪੈਰਾਂ 'ਚ ਜੁੱਤੀ ਕੋਈ ਨਹੀਂ ਪਹਿਨਦਾ ਸੀ, ਕੋਈ ਕੱਪੜੇ ਕੁਪੜੇ ਦੇ ਕੋਈ ਖਲ ਖੁੱਲ ਕੋਈ ਲੱਭ ਗਈ ਤੇ ਉਹ ਜਿਹੜਾ ਵਾ ਨਾ ਬਹੁਤੇ ਠੰਡੇ ਇਲਾਕਿਆਂ 'ਚ ਪਾ ਲਈ, ਤੇ ਇਸ ਤਰ੍ਹਾਂ ਜੰਗਲਾਂ 'ਚ ਹੈ ਸੀ ਰਹਿਣੇ ਵਾਲਾ। ਲੇਕਿਨ ਆਹਿਸਤਾ ਆਹਿਸਤਾ ਇਨਸਾਨ ਜਿਹੜਾ ਨਾ ਹੁਣ ਨੰਗੇ ਪੈਰ ਚੱਲਣਾ ਬਹੁਤ ਸਾਰੇ ਬੰਦਿਆਂ ਲਈ, ਅਸੀਂ ਤਾਂ ਬਚਪਨ 'ਚ ਕੁਛ ਬੰਦੇ ਦੇਖੇ ਕਿ ਜਿਹੜੇ ਨੰਗੇ ਪੈਰੀ ਫਿਰਦੇ ਸੀ, ਬਲਕਿ ਉਹ ਪੈਰਾਂ 'ਚ ਉਹਨਾਂ ਦੇ ਅੱਡੇ ਅੱਡੇ ਪਕੇ, ਜਿਸ ਤਰ੍ਹਾਂ ਕਿਸੇ ਸੁਣਾ ਦੇ ਕੰਡਾ ਹੀ ਨਹੀਂ ਲੱਗਦਾ। ਕੰਡਾ ਕੀ ਲੱਗਦਾ, ਇੱਕ ਬੰਦੇ ਦੇ ਉਹ ਕਹਿੰਦੇ ਸੱਪ ਕਿਤੇ ਉਹ ਜਿਹੜੇ ਅੱਡੀ ਇੰਨੀ ਫਟੀ ਹੋਈ ਸੀ, ਸੱਪ ਫਸ ਗਿਆ, ਉਹ ਹਨੇਰੇ 'ਚ ਇਸ ਤਰ੍ਹਾਂ ਫਿਰਦਾ ਰਿਹਾ, ਬਾਅਦ ਸਵੇਰੇ ਦੇਖਿਆ ਉਹਨੇ ਰਾਣਾ ਅੱਡੀ 'ਚ ਸੱਪ ਕਿੱਦਾਂ ਫਸ। ਉਹ ਯਾਰ ਅੱਡੀਆਂ ਪੱਟੀਆਂ ਹੋਈਆਂ ਸੀ ਨਾ, ਕੋਈ ਛੋਟਾ ਦੰਦੀ ਮਾਰੀ ਚਿੱਟੇ ਦੇ ਉੱਤੇ ਜਿਹੜਾ ਉਹਨੇ ਕਹਿੰਦੇ ਉਂਝ ਹੀ ਮਾਰ ਦਿੱਤਾ ਜਿਹੜਾ ਵਾ ਟੁਰ ਟੁਰ ਕੇ। ਤੇ ਇਸ ਤਰ੍ਹਾਂ ਦਾ ਹਿਸਾਬ ਕਿਤਾਬ। ਡੰਗਰ ਵੀ ਜਿਹੜੇ ਆ ਨਾ, ਡੰਗਰ ਖੁੱਲਾ ਰਹੇ ਨਾ, ਉਹ ਫਿਰ ਟੁਰਦਾ ਫਿਰਦਾ ਰਹਿੰਦਾ, ਉਹ ਘੱਟ ਬੰਦੇ ਵੀ ਦੇਖ। ਅਗਰ ਖੁਦਾ ਨਾ ਖਾਸਤਾ ਤੁਸੀਂ ਕਿਤੇ ਬਹੁਤ ਠੰਡ 'ਚ ਫਸ ਜਾਓ ਨਾ, ਫਿਰ ਇਹ ਹੁੰਦਾ ਕਿ ਹਰਕਤ 'ਚ ਰਹੋ। ਕਮਰੇ 'ਚ ਵੀ ਹੈ ਨਾ ਤੁਸੀਂ ਐਕਸਰਸਾਈਜ਼ ਕੁਛ ਨਾ ਕਹਿੰਦੇ ਵੀ ਇਸ ਤਰ੍ਹਾਂ ਦੇ ਵਾਕਿਆ ਵੀ ਕੋਈ ਬੰਦਾ ਬਹੁਤ ਠੰਡ 'ਚ ਗਿਆ, ਉਹਨੇ ਸਾਰੀ ਰਾਤ ਜਿਹੜਾ ਵਾ ਨਾ ਐਕਸਰਸਾਈਜ਼ ਸਾਹਿਬ ਸਾਊਦੀ ਅਰਬ ਤਾਂ ਸਜ਼ਾ ਹੀ ਠੰਡ ਵਾਲੀ ਦਿੰਦੇ, ਏਸੀ ਚਲਾ ਦਿੰਦੇ ਬਸ ਕਮਰੇ ਨੂੰ ਬੰਦੇ 'ਚ। ਇਹਦਾ ਮਤਲਬ ਆ ਵੀ ਜਿਹੜੇ ਲੋਕ ਕੋਈ ਅੱਲਾ ਨਾ ਕਰੇ ਕਿਸੇ ਨਾਲ ਇਦਾਂ ਹੋਵੇ ਨਾ, ਉਹ ਰਾਤ ਸਾਰੀ ਰਾਤ ਨਾ ਐਕਸਰਸਾਈਜ਼ ਹੀ ਕਰਦਾ ਰਹੇ। ਨਹੀਂ ਰਾਣਾ ਸਾਹਿਬ, ਜੇ ਤੁਸੀਂ ਇਹਨਾਂ ਤੇ ਜਾਓ ਨਾ, ਤੁਸੀਂ ਕਹੋ ਵੀ ਮੈਂ ਬੰਨਣੇ ਨਹੀਂ ਹੈ ਅੰਦਰ, ਤੁਸੀਂ ਇੱਥੇ ਖੁੱਲਾ ਛੱਡ ਦੋ, ਤੇ ਢਾਰਾ ਵੀ ਬਣਾ ਦੋ, ਮੈਂ ਕਹਿੰਦਾ ਵੀ ਇਹ ਸਾਰੀ ਰਾਤ ਬਾਹਰ ਬੈਠਣਗੇ। ਕੋਈ ਥੋੜੀ ਮਿੰਟ ਕੋਈ ਬੱਕਰੀ ਬੁਕਰੀ ਤਾਂ ਅੰਦਰ ਆ ਜਾਵੇ। ਹਾਂ ਬੱਕਰੀ ਦਾ ਤਾਂ ਉਹ ਲਾਡੀ ਕੌਮ ਵਾਲਾ ਹਾਲ ਆ ਨਾ, ਵੀ ਉਹ ਠੰਡ ਕਿਤੇ ਦੂਰ ਹੀ 200 ਮੀਲ ਦੂਰ ਹੁੰਦੀ ਆ, ਉਹ ਤਾਂ ਪਹਿਲੇ ਬਾਹਰ ਬੈਠੇ ਗੇਂਦਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ। ਮੈਂ ਕੱਟੇ ਰੱਖੇ ਸੀ ਰਾਣਾ ਸਾਹਿਬ, ਮੈਂ ਉੱਥੇ ਉਹ ਬਣਾਇਆ ਨਾ ਜਦੋਂ ਛੱਪ ਅੰਦਰ ਬਰਾਮ ਦਾ ਉੱਥੇ ਬਣਾਇਆ, ਉਹ ਅਸੀਂ ਕੱਟੇ ਸੀਗੇ ਖੁੱਲੇ ਫਿਰਦੇ। ਰਾਣਾ ਸਾਹਿਬ ਉਹ ਅੰਦਰ ਵੜਦੇ ਹੀ ਨਹੀਂ ਸੀਗੇ, ਉਹ ਬਾਹਰ ਹੀ ਕਿਸੇ ਨੇ ਅੰਦਰ ਚੱਲ ਜਾਣਾ, ਥੋੜੀ ਦੇਰ ਬਹਿਣਾ, ਠੰਡ 'ਚ ਵੀ ਉਹ ਬਾਹਰ ਹੀ ਬੈਠੇ। ਬਲਕਿ ਉਹ ਆਪਣੇ ਚਿਸ਼ਤੀਆਂ ਵਾਲੇ ਨਾ ਦੋਸਤ, ਉਹ ਦੱਸਦੇ ਵੀ ਉਹਨਾਂ ਨੇ ਜਿਹੜਾ ਸੀ ਸ਼ੈੱਡ ਜਾ, ਉਹ ਕੋਈ ਨਹੀਂ ਦਰਵਾਜ਼ੇ ਦੇ, ਉਹ ਕਹਿੰਦੇ ਦਿਲ ਕਰੇ ਜਾਣੀ ਕਿ ਜਿਹੜਾ ਅੰਦਰ ਚਲੀਆਂ ਜਾਣ ਬੱਕਰੀਆਂ, ਦਿਲ ਕਰੇ ਤੇ ਬਾਹਰ ਜਿਹੜਾ ਵਾ। ਅਸਲ 'ਚ ਹੁੰਦਾ ਖੁਰਾਕ। ਭੁੱਖੇ ਬੰਦੇ ਨੂੰ ਠੰਡ ਜ਼ਿਆਦਾ ਲੱਗਦੀ ਆ, ਭੁੱਖੇ ਜਾਨਵਰ ਨੂੰ ਜ਼ਿਆਦਾ। ਜਾਨਵਰ ਰੱਜਿਆ ਹੋਵੇ ਨਾ, ਕਿਉਂਕਿ ਅਸਲ 'ਚ ਐਨਰਜੀ ਹੁੰਦੀ ਹੈ ਨਾ, ਐਨਰਜੀ ਹੋਏਗੀ ਤੇ ਹੀਟ ਹੋਏਗੀ। ਫਿਰ ਜਾਨਵਰਾਂ ਦੇ ਮੁਖਤਲਿਫ ਜਿਹੜੇ ਮੱਝਾਂ, ਇਹਨਾਂ ਨੂੰ ਬਹੁਤ ਥੋੜੀ ਠੰਡ ਲੱਗਦੀ ਆ, ਗਾਵਾਂ ਨੂੰ ਕੁਛ ਜ਼ਿਆਦਾ, ਬੱਕਰੀਆਂ ਨੂੰ ਸਭ ਤੋਂ ਜ਼ਿਆਦਾ। ਹੁਣ ਤੂੰ ਪਰਿੰਦਿਆਂ ਦਾ ਦੇਖ ਲਾ ਕਿ ਹੁਣ ਅਸੀਂ ਮੁਰਗੀਆਂ ਲਈ ਖੁੱਡੇ ਬਣਾਉਂਦੇ ਆ, ਤੇ ਆ ਜਿਹੜੇ ਪਰਿੰਦੇ ਆ ਬਾਕੀ ਦਰਖਤਾਂ ਦੇ, ਇਹ ਵੀ ਤਾਂ ਫਿਰਦੇ ਆ ਕਿਹੜੇ ਖੁੱਡਿਆਂ 'ਚ ਰਹਿੰਦੇ ਆ, ਘੋਂਸਲੇ ਵੀ ਨਹੀਂ। ਯਾਨੀ ਕਿ ਹੁਣ ਇੱਥੇ ਦੇਖ ਲਾ ਬਾਰਿਸ਼ਾਂ ਵੀ ਪੈਂਦੀਆਂ, ਹਜ਼ਾਰਾਂ ਦੀ ਸ਼ਕਲ 'ਚ ਜਿਹੜਾ ਨਾ ਬਗਲੇ ਤੇ ਪਤਾ ਨਹੀਂ ਕੀ ਅਸ਼ਾਰਕਾਂ ਸ਼ੁਰਕਾਂ ਇਸ ਤਰ੍ਹਾਂ ਯਾਨੀ ਕਿ ਜਿਹੜੀਆਂ ਨਾ ਬੈਠੀਆਂ ਵੀ ਪੈਂਦੇ ਆ ਰਹਿਣਾ। ਹਾਂ ਪੈਂਦੇ ਰਹਿੰਦੇ ਇਸ ਤਰ੍ਹਾਂ ਵੀ ਨਿਜ਼ਾਮ ਇਦਾਂ ਹੀ ਚੱਲਦਾ। ਉਹ ਆਦੀ ਹੋ ਜਾਂਦੀਆਂ ਚੀਜ਼ਾਂ ਨਾ, ਬਸ ਆਦਤਾਂ ਬਦਲਣ ਦਾ ਹੁੰਦਾ। ਜਿਸ ਤਰ੍ਹਾਂ ਹੁਣ ਸਾਡੇ ਨਿਆਣੇ ਆਪਣੇ, ਉਹ ਹੁਣ ਜਨਾਬ ਇੱਕ ਐਸੇ ਹੋਈ ਆ ਕਿ ਉਹ ਸਵਾਏ ਚੌਲ ਤੇ ਗੋਸ਼ਤ ਬਰਾਇਲਰ ਤੋਂ ਇਲਾਵਾ ਨਾ ਉਹ ਖਾਂਦੇ ਕੋਈ ਨਹੀਂ ਹੈ ਕੋਈ ਸ਼ੈ। ਸਬਜ਼ੀ ਤੇ ਉਹ ਨੱਕ ਮੂੰਹ ਚੜਾਉਂਦੇ ਆ, ਦਾਲ ਵਗੈਰਾ ਤੇ ਉਹ ਨੱਕ ਮੂੰਹ ਚੜਾਉਂਦੇ ਆ। ਉਹ ਬਸ ਆ ਦੁਕਾਨਾਂ ਪਿੰਡ 'ਚ ਬਣਨੀਆਂ ਸ਼ੁਰੂ ਹੋ ਗਈਆਂ। ਦੇਖ ਲਾ ਤੀਸਰੀ ਦੁਕਾਨ ਬਣ ਗਈ ਆ ਪੀਜ਼ੇ ਬਰਗਰ ਦੀ। ਪਹਿਲੋਂ ਕਹਿੰਦੇ ਸੀ ਪਿੰਡ 'ਚ ਕਿੰਨੇ ਖਾਣਾ ਵਾ, ਤੇ ਹੁਣ ਦੇਖ ਲਓ ਤੁਸੀਂ। ਤੇ ਉਹ ਪੀਜ਼ੇ ਵਾਲੇ 3 ਹੋ ਗਏ, ਬਰਗਰਾਂ ਵਾਲੇ ਤਾਂ ਹੋਰ ਵੀ ਹੈ ਆ। ਤੇ ਮੈਂ ਆਪ ਵੀ ਦੇਖਿਆ, ਇੱਕ ਅਸੀਂ ਤਾਂ ਖੈਰ ਬਹੁਤੇ ਅਮੀਰ ਬੰਦੇ ਨਹੀਂ ਹੈ। ਇੱਕ ਬੀਬੀ ਗੱਲ ਸੁਣਾ ਰਹੀ ਸੀ, ਕਹਿੰਦੀ ਮੇਰੇ ਵਾਲਦ ਸਾਹਿਬ ਨਾ 22ਵੇਂ ਗ੍ਰੇਡ ਦੇ ਮੁਲਾਜ਼ਮ ਸੀ, ਤੇ ਲੇਕਿਨ ਉਹਨਾਂ ਨੇ ਕਹਿੰਦੀ ਵੀ ਸਾਡੀ ਵਾਲਦਾ ਨੇ ਨਾ ਸਾਡੀ ਬੜੀ, ਉਹਨਾਂ ਨੇ ਕਹਿੰਦੀ ਘੰਟਾ ਸਾਨੂੰ ਬਿਠਾ ਕੇ ਨਾ ਉਹਨੂੰ ਕਹਿਣਾ ਹੁੰਦਾ ਸੀ ਵੀ ਆਹ ਜਿਹੜੇ ਆ ਨਾ ਤੁਹਾਡੇ ਕੋਲ ਆ 2-2 ਸੂਟ ਆ, ਤੁਸੀਂ ਬਿਲਕੁਲ ਸੂਟਾਂ ਦੀ ਨਹੀਂ। ਆ ਜਿਹੜੇ ਲੋਕ ਜਿਹਨਾਂ ਕੋਲ ਬਹੁਤੇ ਉਹਨਾਂ ਦੀ ਹਲਾਲ ਦੀ ਕਮਾਈ ਕੋਈ ਨਹੀਂ ਹੈ, ਹਲਾਲ ਦੀ ਕਮਾਈ 'ਚ ਜਿਹੜਾ ਨਾ ਇੰਨੇ ਕੁਛ ਹੀ ਆ ਸਕਦਾ। ਤੇ ਕਹਿੰਦੇ ਵੀ ਸਾਡੀ ਜ਼ਰੂਰਤ ਨਹੀਂ ਸੀ ਮਾੜੀ, ਜੇ ਮਾੜਾ ਜਿਹਾ ਵੀ ਕੋਈ ਨੱਕ ਮੂੰਹ ਚੜਾਇਆ ਨਾ ਕਿਸੇ ਚੀਜ਼ ਤੇ, ਉਹਨਾਂ ਨੇ ਕਹਿਣਾ ਕਿ ਇਹ ਚੱਕ ਲਓ ਇਹਨਾਂ ਦੇ ਅੱਗਿਓਂ, ਅੱਜ ਇਹਨਾਂ ਦਾ ਖਾਣੇ ਦਾ ਨਾ ਮੂਡ ਕੋਈ ਨਹੀਂ ਹੈ। ਇਹ ਨਹੀਂ ਹੁੰਦਾ ਸੀ ਹੋਰ ਕਿਆ, ਬਸ ਇਹ ਫਿਰ ਭੁੱਖਾ ਹੀ।
ਹੁਣ ਨਿਆਣੇ ਕਹਿੰਦੇ ਜੀ ਉਹ ਗਰਮੀਆਂ 'ਚ ਕਹਿਣਗੇ ਟਿੰਡੇ ਪਕਾ ਲਏ ਆ ਜੀ, ਕੱਦੂ ਪਕਾ ਲਏ ਆ, ਸਾਰੀ ਸਬਜ਼ੀ ਨੂੰ ਇੰਜ ਹਾਂ ਸਬਜ਼ੀਆਂ ਨੂੰ ਇਨਕੇ ਜਿਹੜਾ ਵਾ ਕੋਈ ਸ਼ੈ ਵੀ ਨਹੀਂ ਕੋਈ ਖਾਂਦੇ, ਸ਼ੈ ਵੀ ਨਹੀਂ ਹੈ, ਚਾਵਲ ਖਾਂਦੇ। ਚਾਵਲ ਖਾਂਦੇ। ਅੱਛਾ ਰਾਣਾ ਸਾਹਿਬ, ਤੁਸੀਂ ਬੱਚਿਆਂ ਦੀ ਖੁਰਾਕ ਦੀ ਤਾਂ ਗੱਲ ਕਰੀ ਆ, ਮੈਂ ਵੱਡਿਆਂ ਦੀ ਕਰੂੰਗਾ। ਹਾਂ ਇੱਕ ਨਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਬਵੇਲਾ ਜਿਹਾ ਮੱਚ ਗਿਆ ਹੋਇਆ ਹਾਂ ਵੀ ਕਣਕ ਤੇ ਚੌਲ ਜਿਹੜਾ ਨਾ ਖਾਣ ਵਾਲਾ, ਖੁਰਾਕ ਘਟਾਉਣ ਵਾਲਾ, ਇਹ ਅਕਸਰ ਡਾਕਟਰ ਜਾਂ ਜਿਹੜੇ ਤੁਸੀਂ ਲਾ ਲਓ ਜਿਹੜੇ ਨਿਊਟ੍ਰੀਸ਼ਨ ਦੇ ਉਹ ਹੈਗੇ ਆ, ਉਹ ਇਹ ਗੱਲ ਕਰਦੇ ਨਜ਼ਰ ਆਣਗੇ। ਤੇ ਦੂਜੇ ਪਾਸੇ ਕੁਝ ਇਦਾਂ ਦੇ ਵੀ ਡਾਕਟਰ ਹੈਗੇ ਆ, ਉਹ ਇਹ ਗੱਲ ਕਰਦੇ ਹੈਗੇ ਆ ਵੀ ਤੁਸੀਂ ਬਿਲਕੁਲ ਵੀ ਨਾ ਆਪਣੀ ਖੁਰਾਕ ਦੇ ਵਿੱਚੋਂ ਚੌਲ ਨੂੰ ਤੇ ਕਣਕ ਨੂੰ ਜਿਹੜਾ ਨਾ ਇਹ ਮਾਈਨਸ ਨਹੀਂ ਕਰਨਾ ਹੈ, ਇੱਕ ਤਾਂ ਜ਼ਰੂਰ ਖਾਣੀ ਹੈ। ਇਹਦੇ ਬਾਰੇ ਚ ਕੀ ਤੁਸੀਂ ਕੋਈ ਹੈ? ਅਸਲ ਚ ਬੈਲੈਂਸ ਤਾਂ ਇਹੀ ਹੈ ਖੁਰਾਕ ਦਾ ਨਾ, ਕਿ ਕਾਰਬੋਹਾਈਡਰੇਟਸ ਜਿਹੜੇ ਆ ਉਹ ਆ, ਫਰੂਟ ਆ, ਸਬਜ਼ੀ ਆ, ਤੇ ਫੈਟਸ ਆ, ਪ੍ਰੋਟੀਨ, ਯਾਨੀ ਕਿ ਉਹ ਸਾਰੀਆਂ ਸ਼ਾਵਾਂ ਜਿਹੜੀਆਂ ਵਾ ਨਾ ਹੋਣੀਆਂ ਚਾਹੀਦੀਆਂ। ਇੱਕ ਗੱਲੋਂ ਤਾਂ ਉਹ ਬੰਦੇ ਸੱਚੇ ਵੀ ਸਾਡੀ ਜਿਹੜੀ ਖੁਰਾਕ ਆ ਨਾ ਉਹਦੇ ਚ ਜਨਾਬ ਕਾਰਬੋਹਾਈਡਰੇਟਸ ਹੀ ਆ ਸਾਰੇ। 2 ਰੋਟੀਆਂ ਸਵੇਰੇ, 2 ਦੁਪਹਿਰੇ, 2 ਸਾਲਣ ਜਿਹੜੇ ਹੁੰਦੇ ਉਹ ਜਿਸ ਤਰੀਕੇ ਨਾਲ ਆਪਣਾ ਸਾਲਣ ਪੱਕਦਾ ਨਾ ਉਹਦੀ ਵੈਸੀ ਖਤਮ ਹੋ ਜਾਂਦੀ ਹੈ ਕਿਸੇ ਤੇ ਉਹ ਕੋਈ ਨਹੀਂ। ਫਿਰ ਪਹਿਲੇ ਲੋਕ ਦੁੱਧ ਬੜਾ ਪੀਂਦੇ ਸੀ, ਦੁੱਧ ਵਾਲਾ ਘੀ ਵਾਲਾ ਵੀ ਖਤਮ ਹੋ ਗਿਆ। ਇੱਕ ਤੁਸੀਂ ਉਦੋਂ ਪਿਛਲੇ ਜਿਹੇ ਦਿਨ ਗੱਲ ਕਰ ਰਹੇ ਸੀ ਵੀ ਕਣਕ 'ਚ ਨਾ ਪ੍ਰੋਟੀਨ ਹੁੰਦੀ ਹੈ, ਲੇਕਿਨ ਪ੍ਰੋਟੀਨ ਜਿਹੜੀ ਹੈ ਨਾ, ਪ੍ਰੋਟੀਨ ਦੀਆਂ ਮੁਖਤਲਿਫ ਕਿਸਮਾਂ ਵਾ। ਜਿਹੜੀ ਦੁੱਧ 'ਚ ਜਿਹੜੀ ਪ੍ਰੋਟੀਨ ਆ ਨਾ ਉਹ 2 ਕਿਸਮ ਦੀ, ਜਿਹੜੀ ਇਹਦੇ 'ਚ ਕਣਕ 'ਚ ਪ੍ਰੋਟੀਨ ਆ ਨਾ ਉਹ ਹੋਰ ਕਿਸਮ ਦੀ ਆ। ਤੁਸੀਂ ਇਹ ਜਿਹੜਾ ਸਰਚ ਜਿਹੜਾ ਉਹਨਾਂ ਦਾ ਤਸੱਲੀ ਨਾਲ ਨਾ, ਨਹੀਂ ਮੈਂ ਸਰਚ ਕਰ, ਮੈਂ ਤੁਹਾਨੂੰ ਇੱਕ ਹੋਰ ਵੀ ਗੱਲ ਦੱਸ ਦਿੰਦਾ ਤੁਹਾਡੀ ਗੱਲ ਦੇ ਵਿੱਚੋਂ, ਵੀ ਜਿਹੜਾ ਅਸੀਂ ਇਹ ਚਿੱਟਾ ਆਟਾ ਖਾਂਦੇ ਨਾ, ਬਿਲਕੁਲ ਚਿੱਟਾ, ਜਿਹੜੇ ਸਾਡੇ ਸ਼ਹਿਰਾਂ 'ਚ ਖਾਇਆ ਜਾਂਦਾ, ਇਹ ਨਿਰਾ ਕਾਰਬੋਹਾਈਡਰੇਟ, ਇਹ ਤੁਹਾਡੀ ਸ਼ੂਗਰ ਲੈਵਲ ਨੂੰ ਜਿਹੜਾ ਨਾ ਜੀ ਬਹੁਤ ਜ਼ਿਆਦਾ ਉਹ ਕਰਦਾ ਆ। ਲੇਕਿਨ ਜਿਹੜਾ ਤੁਹਾਡਾ ਘਰ ਦਾ ਆਟਾ ਨਾ ਰਾਣਾ ਸਾਹਿਬ, ਇਹ ਵਾਈਟ ਆਟਾ ਨਹੀਂ ਆ, ਜਿਹਨੂੰ ਬਰਾਊਨ ਕੀ ਕੀਤਾ ਉਹਨੂੰ ਕੀ ਕਰ ਲਿਆ, ਰਿਫਾਈਨ ਕੀਤਾ ਹੋਇਆ ਆਟਾ ਨਹੀਂ ਹੈਗਾ ਜਿਹੜਾ, ਇਹ ਤਾਂ ਜੀ ਖੁਰਾਕ ਬੰਦੇ ਦੀ ਖੁਰਾਕ ਆ। ਮੈਂ ਤਾਂ ਮੇਰਾ ਮੰਨਣਾ ਇਹ ਆ, ਚਾਵਲ ਤੇ ਤੁਸੀਂ ਇੱਕ ਸ਼ੈ ਮਾਈਨਸ ਕਰ ਲਓ, ਮੈਂ ਇਹ ਗੱਲ ਕਰਦਾ ਉਹਦੇ ਚ ਇੱਕ ਤਾਂ ਲਾਜ਼ਮੀ ਤੁਸੀਂ ਆਪਣੀ ਖੁਰਾਕ ਦਾ। ਹੁਣ ਤੁਸੀਂ ਦੇਖੋ ਨਾ ਕਿ ਬੰਗਲਾਦੇਸ਼ ਚ ਲੋਕ ਨਾ ਚਾਵਲ ਖਾਂਦੇ ਆ ਬਹੁਤ, ਲੇਕਿਨ ਉਹ ਮੱਛਲੀ ਵੀ ਬਹੁਤ ਖਾਂਦੇ ਆ। ਸਾਡੇ ਜਿਹੜਾ ਚਾਵਲ ਹੈ ਨਾ, ਨਹੀਂ ਸਾਡੇ ਖਾਣ ਦਾ ਵੀ ਤਰੀਕਾ, ਫਿਰ ਉਹ ਸਾਡੇ ਉਹ ਜਿਸ ਤਰ੍ਹਾਂ ਚਾਵਲ ਪੱਕਦੇ ਆ ਆ ਜਿਹੜੇ ਤੜਕੇ ਵਾਲੇ ਚਾਵਲ, ਇਹ ਨਹੀਂ ਜਿਹੜੇ ਉਬਲੇ ਹੋਏ ਚਾਵਲ ਆ ਉਹਨਾਂ ਤੇ ਕੋਈ ਸ਼ੈ ਪਾ ਕੇ ਮੇਰੇ ਖਿਆਲ 'ਚ ਜਿਹੜਾ ਨਾ ਖਾਣਾ ਚਾਹੀਦਾ ਵਾ। ਤੇ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਆ ਨਾ ਜਿਹੜਾ ਬਰਾਊਨ ਆਟੇ ਵਾਲੀ, ਉਹਦੇ 'ਚ ਵੀ ਹੁਣ ਹੁਣ ਤੁਸੀਂ ਦੱਸੋ ਵੀ ਕਿੰਨਾ ਛਾਣ ਹੁੰਦਾ ਤੁਹਾਡੀ ਘਰ ਨਹੀਂ ਨਾ ਹੁੰਦਾ। ਉਹੀ ਤਾਂ ਮੈਂ ਗੱਲ ਕਰ ਰਿਹਾ ਵੀ ਅਸੀਂ ਵੀ ਚੱਕੀ ਗਲਤ ਤੇ ਚੱਲ ਗਏ। ਇਹ ਯਾਨੀ ਕਿ ਫਾਈਬਰ ਹੁੰਦਾ ਸੀ ਸਾਰਾ ਛਾਣ 'ਚ, ਉਹ ਫਾਈਬਰ ਗਾਇਬ ਹੋ ਗਿਆ। ਇਹ ਹੁੰਦਾ ਹੁਣ ਵੇਚੀ ਆ, ਲੇਕਿਨ ਉਹ ਨਹੀਂ, ਉਹ ਸੜ ਜਾਂਦਾ ਕਰ ਦਿੰਦੇ। ਨਹੀਂ ਉਹ ਤੁਸੀਂ ਦੇਖੋ ਨਾ ਚੱਕੀ ਤੇ ਆਟਾ ਜਿਹੜਾ ਵਾ ਤਾਂ ਹੁਣ ਨਵੀਆਂ ਆਈਆਂ ਜਿਨ੍ਹਾਂ ਨੂੰ ਉਹ ਕਹਿੰਦੇ ਠੰਡਾ ਕਰਦੇ, ਵਰਨਾ ਤਾਂ ਆਟਾ ਤੇ ਇੰਜ ਹੁੰਦਾ ਜਿਸ ਤਰ੍ਹਾਂ ਤੰਦੂਰ ਚੋਂ ਕੱਢ ਰਹੇ ਆ। ਇਹ ਤਾਂ ਇਨਕੇ ਉਹ ਜਦੋਂ ਲੋਹੇ ਦੇ ਚੱਲਦੇ ਆ ਬਲੇਡ ਜੇ, ਉਸ ਤਰ੍ਹਾਂ ਕ੍ਰਸ਼ ਹੁੰਦਾ ਵਾ ਉਹ, ਤੇ ਉਹ ਬਹੁਤ ਹੀਟ 'ਚ ਹੁੰਦਾ ਵਾ, ਉਹ ਸੜ ਜਾਂਦਾ ਉੱਪਰੋਂ ਜਿਹੜਾ ਵਾ ਉਸਦਾ ਛਿਲਕਾ ਜਿਹੜਾ ਵਾ ਨਾ ਉਹ ਨਹੀਂ ਰਹਿੰਦਾ ਹੈ, ਯਾਨੀ ਫਾਈਬਰ ਤਾਂ ਖਤਮ ਹੋ ਜਾਂਦਾ। ਹਾਂ ਫਾਈਬਰ ਖਤਮ ਹੋ ਜਾਂਦਾ। ਫਿਰ ਸਾਡੇ ਹੁਣ ਜਿਹੜੇ ਫਰੂਟ ਸਬਜ਼ੀਆਂ ਵਗੈਰਾ ਵਾ ਉਹਨਾਂ ਦੇ ਸਪਰੇਅ ਨੇ ਇੰਨੀ ਮੱਤ ਮਾਰੀ ਹੋਈ ਆ ਵੀ ਹੁਣ ਜੇ ਫਾਈਬਰ ਦੇ ਬੰਦਾ ਚੱਕਰ ਆ ਜਿਹੜੀ ਤੁਹਾਡੀ ਗੱਲ ਨਾ, ਮੈਂ ਇਸ ਗੱਲ ਦੇ ਉੱਤੇ ਇਹਨੂੰ ਮੈਂ ਮੰਨਦਾ ਵੀ ਅਸਲ ਦੇ ਵਿੱਚ ਕਣਕ ਦਾ ਕਸੂਰ ਘਾਟਾ, ਸਾਡੇ ਜਿਹੜਾ ਵੀ ਸਾਡਾ ਅਨਾਜ ਆ ਨਾ, ਉਹ ਜੋ ਸਾਡੇ ਅਨਾਜ ਨੇ ਖਾਣਾ ਉਹਦਾ ਸਾਨੂੰ ਰਿਜ਼ਲਟ ਤਾਂ ਮਿਲਣਾ ਹੈ ਨਾ। ਇਹ ਗੱਲ ਤਾਂ ਤੁਹਾਡੀ ਮੈਂ ਮੰਨਦਾ ਵੀ ਹੁਣ ਅਸਲ 'ਚ ਰੌਲਾ ਨਾ, ਹੁਣ ਕਈ ਕਹਿੰਦੇ ਵੀ ਕਣਕ ਹਜ਼ਾਰਾਂ ਸਾਲਾਂ ਵੀ ਸਨ 70 ਤੋਂ ਪਹਿਲੇ 30 ਤੇ 60 ਸਾਲ ਪਹਿਲੇ ਨਾ DAP ਸੀ ਨਾ ਯੂਰੀਆ ਸੀ, ਨਾ ਸਪਰੇਅ ਸੀ। ਹੁਣ ਅਸਲ 'ਚ ਇਹ ਚੀਜ਼ਾਂ ਆਈਆਂ ਨਾ ਕਿ ਇਹ ਹੁਣ ਖਾਦਾਂ ਜਿਹੜੀਆਂ ਵਾ ਨਾ, ਹੁਣ ਦੇਖੋ ਜਿਹੜੇ ਜਾਨਵਰ ਨੇ ਜੋ ਖੁਰਾਕ ਖਾਣੀ ਆ, ਹੁਣ ਅਗਰ ਮੁਰਗੀ ਤੁਸੀਂ ਗੋਲਡਨ ਮਿਸਰੀ ਲੈ ਲਈ ਲੇਕਿਨ ਉਹਨੂੰ ਫੀਡ ਪਾਉਂਦੇ ਆ, ਉਹ ਤਾਂ ਫਿਰ ਬਰਾਲਰ ਹੀ ਆ। ਹਾਂ ਉਹ ਤਾਂ ਦੂਸਰੀ ਹੀ ਹੋ ਗਈ ਨਾ। ਬਲਕਿ ਕਈ ਹੁਣ ਦੋਸਤੋ ਕਹਿੰਦੇ ਆ ਵੀ ਆਂਡੇ ਉਹ ਯਾਰ ਉਹਨਾਂ ਮੁਰਗੀਆਂ ਦੇ ਲੱਭੋ ਵੀ ਦੇਸੀ, ਵੀ ਜਿਹੜੀਆਂ ਨਾ
ਸਿਰਫ ਦਾਣੇ ਤੇ ਹੋਣ। ਉਹ ਘਰ ਦੀ ਯਾਨੀ ਕਿ ਜਿਹੜੀ ਨੈਚੁਰਲ ਹਾਂ ਉਹ ਤਾਂ ਕੋਈ 5-10 ਆਪਣੇ ਆਪ ਹੀ ਕੋਈ ਬੰਦਾ ਰੱਖ ਸਕਦਾ। ਹੁਣ 100 ਮੁਰਗੀ ਰੱਖੀ ਹੋਈ ਹੈ, 골ਡਨ ਮਿਸਰੀ ਪਾਉਂਦੇ ਉਹ ਸਾਰਾ ਉਹਨੂੰ ਉਹੀ ਆ ਫੀਡ ਹੀ ਪਾਉਂਦੇ ਆ। ਜਦੋਂ ਫੀਡ ਇਸ ਤਰ੍ਹਾਂ ਚੀਜ਼ਾਂ ਦਾ ਹੁਣ ਜਦੋਂ ਤੁਸੀਂ ਕੀ ਕਹਿੰਦੇ ਵੀ ਜਿਹੜੇ ਡਾਕਟਰ ਕਹਿੰਦੇ ਆ ਵੀ ਖੁਰਾਕ ਇਹ ਆਪਣੀ ਤੁਸੀਂ ਨਾ ਖਾਓ, ਤੁਸੀਂ ਉਧਰ ਆ ਕੇ ਤੁਸੀਂ ਇਹ ਪਾਸੇ ਦਾ ਨਹੀਂ ਤੁਹਾਡਾ ਪਤਾ ਲੱਗੇ ਬੋਲ ਜੇ ਕਰਦੇ। ਨਹੀਂ ਮੈਂ ਨਾ ਇਸ ਚੀਜ਼ ਦੇ ਮੈਂ ਕਹਿੰਦਾ ਕਿ ਟੋਟਲੀ ਤੌਰ ਤੇ ਨਹੀਂ ਹੋਣਾ ਚਾਹੀਦਾ ਹੈ, ਕੁਛ ਥੋੜਾ ਲੇਕਿਨ ਉਹਦਾ ਚ ਹਿੱਸੇ ਹੋਣੇ ਚਾਹੀਦੇ ਆ। ਜਿਸ ਤਰ੍ਹਾਂ ਕਹਿੰਦੇ ਆ ਨਾ ਕਿ ਤੁਹਾਡੀ ਖੁਰਾਕ ਦਾ ਜਿਹੜੇ 4 ਹਿੱਸੇ ਆ ਨਾ, ਵੀ ਇਹਦੇ ਚ ਤੁਹਾਡਾ ਸਲਾਦ ਆ ਗਿਆ, ਇਹਦੇ ਚ ਤੁਹਾਡਾ ਯਾਨੀ ਕਿ ਉਹ ਕੋਈ ਸਾਲਣ ਜਾਂ ਪ੍ਰੋਟੀਨ ਕੋਈ ਉਹ ਆ ਗਈ ਚੀਜ਼, ਕੁਛ ਰੋਟੀ, ਯਾਨੀ ਕਿ ਤੁਹਾਡੀ ਖੁਰਾਕ ਦਾ ਅਗਰ ਜੇ ਤੁਸੀਂ 800 ਗ੍ਰਾਮ ਖਾਂਦੇ ਨੇ 200 ਗ੍ਰਾਮ ਰੋਟੀ ਜਿਹੜੀ ਹੈ ਨਾ ਮੈਂ ਤਾਂ ਰਾਣਾ ਸਾਹਿਬ ਇਹ ਗੱਲ ਪਤਾ ਕਿਉਂ ਕੀਤੀ ਆ ਵੀ ਡਾਕਟਰ ਵੀ ਮੈਨੂੰ ਹੁਣ ਜਿਵੇਂ ਸਾਡਾ ਕੋਈ ਵੀ ਮਜ਼ਹਬ ਹੈ ਨਾ, ਉਹਦੇ ਮੌਲਵੀ ਹੋ ਗਏ ਜਾਂ ਉਹਦੇ ਜਿਹੜੇ ਉੱਪਰਲੇ ਉਹ ਹੁੰਦੇ ਆ ਜਿਹੜੇ ਸਾਨੂੰ ਜਿਹਨਾਂ ਤੋਂ ਸਾਨੂੰ ਸਿੱਖਿਆ ਮਿਲਦੀ ਆ, ਵੀ ਡਾਕਟਰਾਂ 'ਚ ਵੀ ਮੈਂ ਹੁਣ ਇਖਤਲਾਫ ਦੇਖਦਾ। ਡਾਕਟਰ ਕੋਚ ਉਹ ਤਾਂ ਬਹੁਤ ਸਾਰਾ, ਹੁਣ ਮੈਂ ਪਿਛਲੇ ਜਿਹੇ ਦਿਨ ਇੱਕ ਬੰਦਾ ਸੁਣ ਰਿਹਾ ਸੀ, ਉਹ ਕਹਿੰਦਾ ਜੀ ਦਹੀਂ ਨਹੀਂ, ਜਿਹੜਾ ਦਹੀਂ ਤਾਂ ਬਹੁਤ ਖਰਾਬ ਕਰਦੀ ਆ। ਮੈਂ ਕਿਹਾ ਅਸੀਂ ਤਾਂ ਹਲੇ ਤੱਕ ਇਹੀ ਸੁਣਦੇ ਆਏ ਆ ਵੀ ਦਹੀਂ ਜਿਹੜੀ ਆ ਬੜੀ ਮੈਂ ਉਹੀ ਤਾਂ ਗੱਲ ਕਰਦਾ, ਮੈਂ ਆਪ ਨਾ ਜੀ ਮੈਂ ਅੱਜ ਕੱਲ ਇਹ ਸੋਚਦਾ ਖੁਰਾਕ ਦੇ ਬਾਰੇ ਚ, ਜਦੋਂ ਮੈਂ ਸੁਣਦਾ ਨਾ ਜੀ, ਹੁਣ ਕਈ ਕਹਿੰਦੇ ਆ ਦਹੀਂ ਦੇ ਵਿੱਚ ਪਿਆਜ਼ ਨਹੀਂ ਪਾ ਕੇ ਖਾਣੇ ਤੁਸੀਂ, ਹੈ ਤੁਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਦੁਪਹਿਰ ਨੂੰ ਜਨਾਬ ਜੀ ਸਲਾਦ ਬਣਾਓ, ਕਚੂਮਰ ਵਿੱਚ ਖੀਰਾ ਪਾਓ ਤੇ ਇਹ ਬਣਾਓ। ਉਹ ਕਹਿੰਦੇ ਆ ਜੀ ਇਹ ਥੋੜੀ ਜ਼ਹਿਰ ਵਾਲਾ ਨਿਜ਼ਾਮ ਤੁਹਾਡਾ ਇਹ ਬਣ ਗਿਆਗਾ। ਸਵੇਰ ਦੀ ਦਹੀਂ ਜਿਹੜੀ ਇੱਕ ਕਹਿੰਦਾ ਆ ਵੀ ਪਾਣੀ ਜਿਹੜਾ ਆ ਉਹਦੀ ਤੁਸੀਂ ਉਹਦੇ ਨਾਲ ਕੋਈ ਛੇੜਛਾੜ ਨਹੀਂ ਕਰਨੀ ਹੈਗੀ, ਵੀ ਪਾਣੀ ਤੁਸੀਂ ਇੱਥੇ ਤੱਕ ਮੈਂ ਇੱਕ ਡਾਕਟਰ ਦਾ ਸੁਣਿਆ ਵੀ ਤੁਸੀਂ ਮਿਨਰਲ ਵਾਟਰ ਵੀ ਨਹੀਂ ਜ਼ਮੀਨੀ ਪਾਣੀ ਤੁਸੀਂ ਇਸਤੇਮਾਲ ਕਰਨਾ, ਤੁਸੀਂ ਪਾਣੀ ਦੇ ਨਾਲ ਕੋਈ ਛੇੜਛਾੜ ਨਹੀਂ ਕਰਨੀ, ਤੁਸੀਂ 1 ਗਲਾਸ ਪੀਣਾ। ਇੱਕ ਕਹਿੰਦਾ ਆ ਵੀ ਇਹਦੇ ਵਿੱਚ ਤੁਸੀਂ ਸਵੇਰ ਨੂੰ ਜਨਾਬ ਜੀ ਕੱਲਾ ਪਾਣੀ ਨਹੀਂ ਪੀਣਾ ਹੈਗਾ, ਇਹ ਤੁਹਾਡੇ ਨੁਕਸਾਨ ਦਿੰਦਾ ਆ, ਤੁਸੀਂ ਇਹਦੇ ਵਿੱਚ ਜੀ ਸ਼ਹਿਦ ਦੀ 1 ਚਮਚੀ ਮਿਲਾ ਲੈਣੀ ਆ ਜਾਂ ਕੋਈ ਉਹ ਗੱਲ ਬੱਸੋਂ ਜਾਂ ਗਵੇੜੋਂ ਬਾਹਰ ਜੀ ਲੱਗਦੀ ਆ ਵੀ ਕਰੀਏ ਤਾਂ ਕਰੀਏ ਕਿ ਇਹ ਵੀ ਰੌਲਾ ਬੜਾ ਬਣਿਆ ਇਹ ਤਾਂ ਵਾਕਈ ਹੁਣ ਨਾ ਜਿੰਨੇ ਕੁ ਵੀ ਹੈ ਆ ਉਹ ਬੰਦਾ 2 ਦਿਨ ਪੂਰੇ ਲਾ ਕੇ ਸੁਣ ਲੈ ਨਾ, ਫਿਰ ਬੰਦਾ ਇਸੇ ਨਤੀਜੇ ਤੇ ਬਹਿੰਦਾ ਵੀ ਕੁਝ ਵੀ ਨਾ ਖਾਓ, ਵੀ ਕੁਝ ਵੀ ਨਾ ਖਾਈਏ। ਵੀ ਸਾਨੂੰ ਇੰਜ ਕੁਝ ਡਾਕਟਰ ਦਾ ਮੈਂ ਇਹ ਦੇਖਿਆ ਵੀ ਕੁਝ ਜਿਹੜੇ ਡਾਕਟਰ ਹਨ ਜੀ ਉਹ ਤਾਂ ਸਾਨੂੰ ਕਿਸੇ ਤਰ੍ਹਾਂ ਵੀ ਕਹਿੰਦੇ ਆ ਵੀ ਖਾਣਾ ਨਹੀਂ, ਰੋਟੀ ਚਾਵਲ ਨਹੀਂ ਖਾਣਾ ਹੈ, ਤੇ ਜੇ ਖਾਣਾ ਥੋੜਾ ਜਿਹਾ ਖਾਣਾ ਆ ਤੇ ਉਹ ਜਿਹੜਾ ਥੋੜਾ ਜਿਹਾ ਖਾਣੇ ਤੋਂ ਪਹਿਲਾਂ ਚੀਜ਼ਾਂ ਦੱਸਦੇ ਆ ਵੀ ਫਲਾਣੀਆਂ ਖਾਣੀਆਂ, ਤੇ ਉਹ ਥੋੜਾ ਜਿਹਾ ਖਾਣ ਜੋਗਾ ਵੀ ਨਹੀਂ ਬੰਦਾ ਰਹਿੰਦਾ। ਇੱਕ ਕਹਿੰਦਾ ਆ ਵੀ ਤੁਸੀਂ ਦੁਪਹਿਰ ਦਾ ਖਾਣਾ ਨਹੀਂ ਖਾਣਾ, ਇੱਕ ਕਹਿੰਦਾ ਆ ਤੁਸੀਂ ਰਾਤ ਦਾ ਖਾਣਾ ਨਹੀਂ ਖਾਣਾ, ਕੋਈ ਕਹਿੰਦਾ ਨਾਸ਼ਤਾ ਹੈਵੀ ਕਰਨਾ, ਕੋਈ ਕਹਿੰਦਾ ਨਾਸ਼ਤਾ ਬਿਲਕੁਲ ਤੁਸੀਂ ਲਾਈਟ ਕਰਨਾ। ਗੱਲ ਕੋਈ ਸਮਝੋ ਬਾਹਰ ਹੋਵੇ, ਕੋਈ ਕਹਿੰਦਾ 3 ਅੰਡੇ ਖਾਣੇ 4 ਅੰਡੇ ਰੋਟੀ ਦਾ ਤੇ ਕਹਿੰਦੇ ਵੀ 2 ਵਕਤ ਦੀ ਰੋਟੀ ਦਾ ਜ਼ਿਕਰ ਆ, ਵੀ 3 ਵਕਤ ਦੀ ਰੋਟੀ ਦਾ ਨਾ ਉਹ ਕਹਿੰਦੇ ਨੇ 2 ਵਕਤ ਦੀ, ਲਿਟਰੇਚਰ ਚ ਵੀ 2 ਵਕਤ ਦੀ ਰੋਟੀ ਆ, ਵੈਸੇ ਵੀ ਯਾਨੀ ਕਿ ਜਿਹੜਾ ਨਾ 2 ਵਕਤ ਦੀ ਰੋਟੀ, ਵੀ 3 ਵਕਤ ਦੀ ਰੋਟੀ ਦਾ ਜਿਹੜਾ ਵਾ ਨਾ ਉਹ ਕੋਈ ਨਹੀਂ ਵੀ ਦੁਪਹਿਰ। ਅੱਜ ਕੱਲ ਇੱਕ ਇੰਡੀਅਨ ਡਾਕਟਰ ਨੂੰ ਉਹ ਕਹਿੰਦਾ ਤੁਸੀਂ 3 ਟਾਈਮ ਪੇਟ ਭਰ ਕੇ ਖਾਣਾ। ਸੁਣ ਲਓ, ਅਸੀਂ ਕਹਿੰਦੇ ਆ ਵੀ ਮੋਟਾਪਾ ਜਿਹੜਾ ਨਾ ਜੀ ਇਹ ਖਾਣੇ ਦੀ ਵਜ੍ਹਾ ਨਾਲ ਆਂਦਾ, ਇਹ ਤਾਂ ਭੁੱਖ ਦੀ ਵਜ੍ਹਾ ਤੋਂ ਆਂਦਾ ਜੀ। ਤੇ ਇਹ ਨਾਲੇ ਭੁੱਖੇ ਰਹਿਣ ਨਾਲ ਆਂਦਾ, ਲੋਕੀ ਡਾਈਟਿੰਗ ਕਰਦੇ ਆ। ਦੇਖੋ ਅਸਲ ਚ ਜਿਹੜਾ ਨਾ ਮੋਟਾਪਾ ਖਾਣੇ ਦਾ ਥੋੜਾ ਜਿਹੜਾ ਤੁਹਾਡਾ ਜ਼ਿੰਦਗੀ ਗੁਜ਼ਾਰਨੇ, ਜਦੋਂ ਤੁਸੀਂ ਐਕਸਰਸਾਈਜ਼ ਨਹੀਂ ਕਰਦੇ, ਕੋਈ ਕੰਮ ਨਹੀਂ ਕਰਦੇ, ਜਿਹੜੇ ਮਜ਼ਦੂਰ ਆ ਉਹ 3 ਟਾਈਮ ਰੋਟੀ ਖਾਂਦੇ ਆ, ਜਿਹੜੇ ਮਸ਼ੱਕਤ ਕਰਦੇ ਆ ਉਹ ਰਾਣਾ ਸਾਹਿਬ ਬਸ ਇਹ ਪਤਾ ਨਹੀਂ, ਇਹ ਦੇਖਣ ਵਾਲੇ ਦੱਸਣਗੇ ਵੀ ਕੀ ਗੱਲ ਆ। ਐਕਸਰਸਾਈਜ਼ ਵਾਲੇ ਵੀ ਮੈਂ ਤਾਂ ਜਿਹੜੇ ਮੈਂ ਦੇਖਿਆ ਵੀ ਸਾਰੀ ਜ਼ਿੰਦਗੀ ਜਿਨ੍ਹਾਂ ਨੇ ਐਕਸਰਸਾਈਜ਼ ਨਹੀਂ ਛੱਡੀ ਹੈਗੀ ਉਹ ਬੜੀ ਉਹਨਾਂ ਦੇ ਉਹ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਕੋਈ ਐਸਾ ਹੁਣ ਇਹ ਨਾ ਸਮਝੋ ਵੀ ਮੈਂ ਸਿਗਰਟ ਨੋਸ਼ੀ ਨੂੰ ਕੋਈ ਉਹ ਕਰ ਰਿਹਾ ਵੀ ਸਿਗਰਟ ਵੀ ਨਹੀਂ ਪੀਂਦੇ ਸੀ, ਉਹ ਕੁਝ ਵੀ ਨਹੀਂ ਕਰਦੇ ਸੀ। ਬੜੇ ਬੜੇ ਐਥਲੀਟ, ਬੜੇ ਬੜੇ ਮੈਂ ਤੁਹਾਨੂੰ ਉਹ ਦੱਸ ਸਕਦਾ ਵੀ ਜਿਹੜੇ 45 ਤੋਂ 50 ਸਾਲ ਦੀ ਉਮਰ ਦੇ ਵਿੱਚ ਉਹ ਦੁਨੀਆ ਤੋਂ ਚਲੇ ਗਏ, ਤੇ ਕਈ ਜਿਹੜੇ ਬੰਦੇ ਹੈਗੇ ਆ ਉਹ ਸਾਰਾ ਕੁਝ ਕਰਦੇ ਆ, ਤੇ ਉਹਨਾਂ ਨੂੰ ਇਹ ਤਾਂ ਫਿਰ ਗੱਲਾਂ ਕਿੱਧਰ ਨੂੰ ਜਾਂਦੀਆਂ। ਨਹੀਂ ਉਹ ਅਸਲ ਚ ਜਿਹੜੇ ਬੰਦੇ ਉਹ ਹੁੰਦੇ ਨਾ ਜਿਹੜੇ ਸਿਗਰਟ ਪੀ ਰਹੇ ਹੁੰਦੇ ਆ, ਜਿਹੜੇ ਕੁਝ ਬੰਦੇ ਆ ਨਾ ਜਿਨ੍ਹਾਂ ਦੀ, ਮੈਂ ਨਹੀਂ ਕਹਿੰਦਾ ਵੀ ਸਿਗਰਟ ਨਹੀਂ, ਉਹ ਮਤਲਬ ਉਹ ਦੂਸਰਾ ਆਪਣਾ ਕੰਮ ਕਾਜ ਵੀ, ਅਸਲ ਮੇਰੇ ਹਿਸਾਬ ਵਿੱਚ ਨਾ ਜਿਹੜਾ ਬੰਦਾ
ਬੈਠਾ ਰਹਿੰਦਾ ਨਾ, ਹੂੰ ਕੰਮ ਕਾਜ ਨਹੀਂ ਕਰਦਾ, ਹੂੰ ਉਹ ਭਾਵੇਂ ਥੋੜਾ ਖਾਵੇ, ਜੇ ਥੋੜਾ ਖਾਵੇ ਉਹ ਨਾ ਵੀ ਉਹਨੂੰ ਨੁਕਸਾਨ ਆ, ਹੂੰ ਜੇ ਬਹੁਤਾ ਖਾਏ ਜ਼ਿਆਦਾ ਨੁਕਸਾਨ ਆ, ਕਿਉਂਕਿ ਹੂੰ। ਉਹ ਉਸ ਦਾ એનર્ਜੀ ਚ ਕਨਵਰਟ ਨਹੀਂ ਹੁੰਦਾ ਹੈ। ਹਾਂਜੀ ਚਲੋ, ਇਹ ਤਾਂ ਜੀ ਤੁਸੀਂ ਵੀ ਉਹ ਵੀਡੀਓ ਦੇਖਦੇ ਹੋਣੇ ਆ ਡਾਕਟਰਾਂ ਵਾਲੀਆਂ, ਸਾਡੇ ਦੇਖਣ ਵਾਲੇ ਜਿੰਨੇ ਵੀਰ ਭਰਾ ਆ, ਤੁਸੀਂ ਕੋਈ ਬਿਹਤਰ ਫੈਸਲਾ, ਕੋਈ ਗੱਲ ਕਰੋ ਵੀ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ। ਦੂਜੀ ਤੁਹਾਨੂੰ ਜਿਹੜੀ ਗੱਲ ਅਸੀਂ ਸ਼ੁਰੂ ਕੀਤੀ ਸੀ ਆਖਰ ਦੇ ਉੱਤੇ ਉੱਥੇ ਹੀ ਆ ਵੀ ਆ ਗਾਡਰ ਉਂਝ ਤਾਂ ਸਸਤਾ ਆ ਇਹ 350 ਆਇਆ ਜੀ, ਰੁਪਏ ਇਹ 14 ਫੁੱਟੇ ਅਸੀਂ ਗਾਡਰ ਲੈਂਦੇ ਆ ਤੇ ਇਹ ਆਏ ਹੈਗੇ ਆ ਜਨਾਬ ਜੀ ਇਹ 4830 ਰੁਪਏ ਦਾ ਇੱਕ ਉਹ 5 ਰੁਪਏ ਉਹਨੇ ਛੱਡੇ ਸੀ, ਵਰਨਾ ਤਾਂ ਉਹ ਅਗਰ 350 ਵਾਲੇ ਹਿਸਾਬ ਚ ਲਾਓ ਨਾ, ਫਿਰ ਤਾਂ ਇਹ 14 ਤੀਆ 42 ਤੇ 749 ਦੇ ਬਣਦੇ ਆ। ਚਲੋ ਜੀ 4830 ਰੁਪਏ ਉਹਨੇ ਸਾਡੇ ਨਾਲ ਸ਼ਫਕਤ ਕੀਤੀ ਜੀ, ਉਹਨੇ ਪਿਆਰ ਮੁਹੱਬਤ ਸਾਡੇ ਨਾਲ ਕੀਤਾ, ਸਾਨੂੰ 4830 ਰੁਪਏ ਦਾ ਗਾਡਰ ਦਿੱਤਾ। 1200 ਰੁਪਏ ਇਹਦਾ ਕਿਰਾਏ ਦਾ ਖਰਚਾ ਪੈ ਗਿਆ ਜੀ। ਆ ਲੋਹੇ ਦਾ ਗਾਡਰ ਹੁੰਦਾ ਤੇ 10,000 ਦਾ 10,000 ਦਾ ਸੀ, ਫਰਕ ਤਾਂ ਹੈਗਾ, ਬਸ ਇਹਦੇ ਚ ਮਸ਼ੱਕਤ ਹੈ, ਇਹਨੂੰ ਚੜਾਉਣਾ ਬੜਾ ਔਖਾ, ਭਾਰਾ ਤਾਂ ਇਹ ਹੈਗਾ। ਤੇ ਦੂਜਾ ਇਹ ਆ ਵੀ ਹੁਣ ਇੱਟਾਂ ਅਸੀਂ ਮੰਗਾਣੀਆਂ ਹੈਗੀਆਂ, ਇੱਟ ਹੋ ਗਈ ਹੋਈ ਆ ਸਾਡੇ ਭਾਈ ਜੀ ਨਿਆਬ, ਵੀ ਇੱਟ ਲੱਭਣਾ ਤੇ ਮੇਰਾ ਖਿਆਲ ਆ ਸ਼ਾਇਦ ਹੀ ਕੋਈ ਹੋਰ ਇਹੋ ਜਿਹੀ ਸ਼ੈ ਹੋਵੇ ਜਿਹੜੀ ਲੱਭਣੀ ਔਖੀ ਇਸ ਦੌਰ ਦੇ ਵਿੱਚ ਹੋਵੇ ਜਿੰਨੀ ਇੱਟ ਹੋਈ ਖੜੀ ਆ। ਅੱਛਾ, ਪਹਿਲੋਂ ਇਹ ਹੁੰਦਾ ਸੀ ਜਿੰਨੇ ਭੱਠਿਆਂ ਵਾਲੇ ਹੁੰਦੇ ਸੀ ਨਾ, ਉਹ ਕਹਿੰਦੇ ਸੀ ਜੀ ਇੰਨੇ ਲੱਖ ਧੂਮ ਪਈ ਆ, ਉਹ ਤਾਂ ਕਿਸੇ ਤਰੀਕੇ ਨਾਲ ਕਢਾਓ ਤੇ ਬੜਾ ਆਸਾਨ ਵਾਲਾ ਗੱਲ ਆ, ਹੈ ਅਵਲ ਵੀ ਇੰਨੀ ਪਈ ਆ, ਹੈ ਲੱਖ 2 ਲੱਖ ਧੂਮ ਤਾਂ ਬਥੇਰੀ ਪਈ ਹੁੰਦੀ ਸੀ ਨਾ, ਤੇ ਉਹ ਕਹਿੰਦੇ ਸੀ ਦੁਆ ਕਰੋ ਜੀ, ਹੈ ਇੱਟਾਂ ਜਿਹੜੀਆਂ ਨਿਕਲ ਜਾਣ। ਹੁਣ ਜਿਹੜੇ ਮਕਾਨ ਬਣਾ ਰਹੇ ਆ ਉਹ ਕਹਿੰਦੇ ਜੀ ਦੁਆ ਕਰੋ ਸਾਨੂੰ ਇੱਟ ਲੱਭ ਜੇ। ਹਾਂ ਤੇ ਭੱਠਿਆਂ ਵਾਲੇ ਜਿਹੜੇ ਆ ਉਹ ਹੁਣ ਅੱਜ ਕੱਲ ਨਾ ਆਪਣੇ ਅਕਸਰ ਫੋਨ ਬੰਦ ਰੱਖਦੇ ਆ ਜੀ, ਗੱਲ ਹੀ ਕੋਈ ਨਹੀਂ ਸੁਣ ਰਿਹਾ ਕਿ ਸਾਡੇ ਇੱਟ ਬੜੀ ਮਹਿੰਗੀ ਹੋ ਗਈ ਹੋਈ ਹੈ ਜੀ, ਇੱਥੇ 18,000 ਰੁਪਏ 20,000 ਤੱਕ ਇੱਟ ਪਹੁੰਚ ਗਈ। ਅੱਛਾ, ਤੇ ਐਡਵਾਂਸ ਰੁਪਈਆਂ ਦੇ ਵਿੱਚ ਜਨਾਬ ਜੀ ਅੱਜ ਤੁਸੀਂ ਪੈਸੇ ਦੇਣੇ ਆ ਤੇ ਸ਼ਾਇਦ ਤੁਹਾਨੂੰ 10 ਦਿਨ 15 ਦਿਨ ਕਈ ਇਹੋ ਜਿਹੇ ਭੱਠੇ ਜਿਨ੍ਹਾਂ ਤੋਂ ਤੁਹਾਨੂੰ ਮਹੀਨੇ ਬਾਅਦ ਹੀ ਇੱਟ ਲੱਭੇ। ਤੇ ਠੀਕ ਆ ਜੀ, ਬਾਕੀ ਅਸੀਂ ਅੱਜ ਖੱਪ ਖਪਾ ਕੇ ਆਏ ਸੀ, ਪਹਿਲਾਂ ਆ ਫੈਕਟਰੀ ਗਏ ਆ, ਉੱਥੋਂ ਜਾ ਕੇ ਸਿਲੈਕਸ਼ਨ ਕਰਕੇ ਗਾਡਰਾਂ ਦੇ ਲਦਾ ਕੇ ਤੇ ਫਿਰ ਇੱਥੇ ਲੁਹਾ ਕੇ ਬੈਠੇ ਆ, ਥੱਕ ਗਏ ਸੀਗੇ ਅੱਜ, ਹੋਰ ਕੋਈ ਕੰਮ ਕਰਨ ਵਾਲਾ ਨਿਜ਼ਾਮ ਕੋਈ ਨਹੀਂ ਸੀਗਾ। ਅਸਲ 'ਚ ਜਦੋਂ ਕੋਈ ਸ਼ੈ ਅੱਗ 'ਚ ਪੱਕਦੀ ਹੈ ਨਾ, ਉਹਦੀ ਵੈਲਿਊ ਬਣ ਜਾਂਦੀ ਹੈ। ਇਹ ਮਿੱਟੀ ਜਦੋਂ ਅੱਗ 'ਚ ਪੱਕਦੀ ਹੈ ਨਾ, ਫਿਰ ਪੱਕੀ ਇੱਟ ਹੋ ਜਾਂਦੀ ਹੈ। ਇਸ ਤਰ੍ਹਾਂ ਬੰਦਾ ਜਦੋਂ ਤਜਰਬਾਤ ਦੀ ਕਹਿੰਦੇ ਭੱਠੀ 'ਚੋਂ ਪੱਕਦਾ ਨਾ, ਉਹ ਵੀ ਬੰਦਾ ਬਣ ਜਾਂਦਾ। ਲਓ ਜੀ, ਆਖਰ ਦੇ ਉੱਤੇ ਮੈਨੂੰ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੂੰ ਜੀ ਇਜਾਜ਼ਤ ਦੇ ਦਿਓ ਜੀ। ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ, ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ, ਰੱਬ ਰੱਖਾ।